ਪ੍ਰੋਟੈਸਟ ਕਰਦੇ ਹਾਂ ਅਸੀਂ ਖਾਲਿਸਤਾਨ ਦੇ ਝੰਡੇ ਚੁੱਕ ਕੇ ਅਸੀਂ ਐਮਬੈਸੀ ਦੇ ਬਾਹਰ ਜਾਂ ਮੋਦੀ ਆਂਦਾ ਜਾਂ ਕੋਈ ਵੀ ਨੁਮਾਇੰਦਾ ਆਂਦਾ ਇੰਡੀਅਨ ਸਰਕਾਰ ਦਾ ਅਸੀਂ ਬਾਹਰ ਖੜੇ ਹੋਏ ਹਾਂ। ਫਿਰ ਆਪਾਂ ਇੰਡੀਆ ਵੀ ਟਰੈਵਲ ਕਰਦੇ ਹਾਂ। देखो मैं जिन्हें पहले भी किया है, प्रोटेस्ट करना साडा हक है। ਬਾਰੇ ਕੀ ਕਹਿੰਦੇ ਹੋ ਕਿ ਜਿਹੜੇ ਖਾਲਿਸਤਾਨੀ ਪ੍ਰੋਟੈਸਟ ਕਰਦੇ ਨੇ ਉਹ ਬਾਹਰ ਝੰਡੇ ਵੀ ਸਾੜਦੇ ਨੇ? ਅੱਜ ਤੱਕ ਇਦਾਂ ਦਾ ਮਾਮਲਾ ਅਮਰੀਕਾ ਦੇ ਵਿੱਚ ਨਹੀਂ ਆਇਆ, ਲੇਕਿਨ ਕਾਫੀ ਕੁਝ ਜਰਮਨੀ ਦੇ ਵਿੱਚ ਜਾਂ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ ਵੀਡੀਓ ਉਹ ਇਹਨਾਂ ਮੁਲਕਾਂ ਵਿੱਚ ਬੜਾ ਕੇਅਰਫੁਲ ਹੋ ਕੇ, ਬਲਕਿ ਕਿਸੇ ਵੀ ਮੁਲਕ 'ਚ ਸਾਨੂੰ ਕੇਅਰਫੁਲ ਹੋਣਾ ਚਾਹੀਦਾ ਹੈ ਕਿ ਤੁਸੀਂ ਪ੍ਰੋਟੈਸਟ ਬਿਲਕੁਲ ਕਰੋ ਪਰ ਕਾਨੂੰਨ ਦੇ ਦਾਇਰੇ ਵਿੱਚ। ਮੋਦੀ ਸਾਹਿਬ ਆ ਰਹੇ ਨੇ, ਬਹੁਤ ਇੱਕ ਵਾਇਰਲ ਹੋ ਰਹੀ ਹੈ ਤੁਹਾਡੀਆਂ ਨਿਊਜ਼ ਤੇ ਕਿਸ ਗੁਰੂ ਘਰਾਂ ਦੇ ਵਿੱਚ, ਕੁਝ ਚੰਦ ਗੁਰੂ ਘਰਾਂ ਦੇ ਵਿੱਚ ਕਿ ਪ੍ਰੋਟੈਸਟ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਕਿ ਜਿੱਥੇ ਜਿੱਥੇ ਮੋਦੀ ਜਾਏਗਾ ਅਸੀਂ ਪ੍ਰੋਟੈਸਟ ਵੀ ਕਰ। ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹ ਆਪਣਾ ਰਾਈਟਸ ਯੂਜ਼ ਕਰ ਰਹੇ ਨੇ, ਔਰ ਜਿਹੜੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਉਹ ਆਪਣਾ ਰਾਈਟ ਯੂਜ਼ ਕਰ ਰਹੇ ਨੇ। ਖਾਲਿਸਤਾਨ ਦੀ ਮੰਗ ਕਰਨਾ ਇਲੀਗਲ ਨਹੀਂ ਹੈ। ਆਮ ਆਦਮੀ ਪਾਰਟੀ ਚੰਗਾ ਕੰਮ ਕਰ ਰਹੀ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ। ਸੋ ਸਾਡੇ ਨਾਲ ਨੇ ਅੱਜ 6 ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ, ਵਾਸ਼ਿੰਗਟਨ ਡੀਸੀ ਤੋਂ, ਮੈਰੀਲੈਂਡ ਤੋਂ, ਸਿੱਖ ਲੀਡਰ, ਅਮਰੀਕਾ ਦੇ ਵਿੱਚ ਸਿੱਖਾਂ ਨੂੰ ਪ੍ਰੈਜ਼ੈਂਟ ਕਰਦੇ ਨੇ। ਮੋਦੀ ਸਾਹਿਬ ਆ ਰਹੇ ਨੇ, ਬਹੁਤ ਇੱਕ ਵਾਇਰਲ ਹੋ ਰਹੀ ਹੈ ਤੁਹਾਡੀਆਂ ਨਿਊਜ਼, ਕੀ ਕਹੋਗੇ ਉਹਦੇ ਬਾਰੇ? ਅੱਜ ਥੋੜਾ ਜਿਹਾ ਰੂਬਰੂ ਦੱਸੋ ਜੀ। ਬਿਲਕੁਲ, ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਆ ਰਹੇ ਨੇ, ਔਰ ਬੜੀ ਇੰਡੀਆ ਵਾਸਤੇ ਇੱਕ ਬਹੁਤ ਹੀ ਹਿਸਟੋਰੀਕਲ ਮੂਮੈਂਟ ਹੈ ਕਿ ਉਹ ਇਸ ਅਮਰੀਕਾ ਵਿੱਚ ਆ ਰਹੇ ਨੇ। ਇਸ ਵਾਰੀ ਉਹਨਾਂ ਨੇ ਕਾਂਗਰਸ ਦੇ ਦੋਨੋਂ ਜੁਆਇੰਟ ਸੈਸ਼ਨ ਨੂੰ ਵੀ ਸੰਬੋਧਨ ਕਰਨਾ ਹੈ। ਪ੍ਰੈਜ਼ੀਡੈਂਟ ਬਾਈਡਨ ਨੇ ਉਹਨਾਂ ਨੂੰ ਇੱਕ ਡਿਨਰ ਤੇ ਵੀ ਬੁਲਾਇਆ ਹੈ ਤੇ ਨਾਲੇ ਹੀ ਉਹਨਾਂ ਦਾ ਸਵੇਰੇ ਗਾਰਡ ਆਫ ਆਨਰ ਵੀ ਦੇ ਰਹੇ ਨੇ, 21 ਤੋਪਾਂ ਦੀ ਸਲਾਮੀ ਦੇ ਰਹੇ ਨੇ। ਤੇ ਇੰਡੀਆ ਵਾਸਤੇ ਬਹੁਤ ਹੀ ਵੱਡੀ ਗੱਲ ਹੈ, ਬਹੁਤ ਹੀ ਹਿਸਟੋਰੀਕਲ ਮੂਮੈਂਟ ਹੈ। ਕੀ ਕਹੋਗੇ ਕਿ ਜੋ ਕਿਸਾਨ ਮੂਵਮੈਂਟ ਚੱਲਿਆ ਸੀ, ਉਹਨਾਂ ਨੇ ਆਪਣੇ ਰੱਦ ਬਿੱਲ ਕਰਤੇ, ਉਹਨੂੰ ਵਾਪਸ ਲੈ ਲਿਆ, ਕਿਸਾਨਾਂ ਦੇ ਜੋ ਪੱਖੀ ਨਹੀਂ ਹੈਗੀ ਸੀ, ਉਸ ਤੋਂ ਬਾਅਦ ਫਿਰ ਕਿਸਾਨ ਰੋਡਾਂ ਤੇ ਉਤਰੇ ਨੇ, ਫਿਰ ਮੋਦੀ ਦੇ ਕੁਝ ਹੁਣ ਉੱਥੇ ਖਿਡਾਰੀ ਵੀ ਬੈਠੇ ਹੋਏ ਨੇ, ਕੀ ਕਹੋਗੇ? ਜੀ, ਜਦੋਂ ਬੀਜੇਪੀ ਗਵਰਨਮੈਂਟ ਨੇ, ਪ੍ਰਧਾਨ ਮੰਤਰੀ ਮੋਦੀ ਨੇ ਤਿੰਨੋਂ ਕਿਸਾਨ ਬਿੱਲ ਵਾਪਸ ਲਏ ਸੀ, ਉਸ ਵੇਲੇ ਉਹ ਬਹੁਤ ਇੱਕ ਅੱਛਾ ਜੈਸਚਰ ਸੀ। ਨਾਲ ਹੀ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਕਿ ਜਿਹੜੀਆਂ MSP ਵਗੈਰਾ ਸੈੱਟ ਕਰਨਗੇ, ਪਰ ਹਾਲੀ ਤੱਕ ਉਹਦੇ ਵਿੱਚ ਡਿਲੇ ਚੱਲ ਰਿਹਾ ਹੈ। ਔਰ ਸਾਡੇ ਕਿਸਾਨ ਭਰਾ ਜਿਹੜੇ ਨੇ ਉਸ ਤੋਂ ਹਾਲੇ ਵੀ ਜਿਹੜੀ ਉਹਨਾਂ ਦੀ ਬੇਸਿਕ ਡਿਮਾਂਡ ਸਨ ਉਸ ਤੋਂ ਵੰਚਿਤ ਰਹੇ ਨੇ। ਉਹਨਾਂ ਨੇ ਇਹ ਗਵਰਨਮੈਂਟ ਦੇ ਪ੍ਰੋਮਿਸ ਤੇ ਆਪਣਾ ਮੋਰਚਾ ਉਸ ਵੇਲੇ ਵਾਪਸ ਲੈ ਲਿਆ ਸੀ। ਔਰ ਅਸੀਂ ਹਮੇਸ਼ਾ ਤੋਂ ਪੰਜਾਬ ਦੇ ਸਿੱਖਾਂ ਦੇ ਨਾਲ, ਪੰਜਾਬ ਦੇ ਕਿਸਾਨਾਂ ਦੇ ਨਾਲ, ਭਾਰਤ ਦੇ ਕਿਸਾਨਾਂ ਦੇ ਨਾਲ ਖੜੇ ਹਾਂ। ਔਰ ਅਸੀਂ ਪੂਰਾ, ਜੇ ਇਸ ਵਾਰੀ ਵੀ ਜੇ ਸਾਨੂੰ ਮੌਕਾ ਮਿਲਿਆ ਤੇ ਅਸੀਂ ਪ੍ਰਧਾਨ ਮੰਤਰੀ ਨੂੰ ਫਿਰ ਕਵਾਂਗੇ ਕਿ ਜਿਹੜੇ ਉਹਨਾਂ ਦੀ MSP ਨੇ ਤੇ ਹੋਰ ਜਿਹੜੀਆਂ ਕਿਸਾਨਾਂ ਦੀ ਮੰਗਾਂ ਨੇ ਉਹ ਜ਼ਰੂਰ ਪੂਰੀਆਂ ਕੀਤੀਆਂ ਜਾਣ, ਕਿਉਂਕਿ ਪੰਜਾਬ ਇਜ਼ ਅ ਐਗਰੀਕਲਚਰ ਸਟੇਟ। ਪੰਜਾਬ ਤੇ ਭਾਰਤ ਦੇ ਕਿਸਾਨਾਂ ਦਾ ਭਾਰਤ ਦੀ ਇਕਨੋਮੀ ਵਿੱਚ ਇੱਕ ਵੱਡਾ ਯੋਗਦਾਨ ਹੈ, ਔਰ ਉਹਨਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਏ। ਤੁਸੀਂ ਇੱਕ ਸਿੱਖ ਲੀਡਰ ਹੋ, ਕਿਸੇ ਪਾਸੇ ਮੋਦੀ ਦੀਆਂ ਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਕਿ ਲੋਕੀ ਆਪਣੇ ਸਾਰੇ ਹਿੰਦੂ, ਮੁਸਲਿਮ, ਸਿੱਖ ਇਕੱਠੇ ਹੋ ਕੇ ਮੋਦੀ ਦੇ ਵੈਲਕਮ ਵਾਸਤੇ, ਤੇ ਕਿਸ ਗੁਰੂ ਘਰਾਂ ਦੇ ਵਿੱਚ, ਕੁਝ ਚੰਦ ਗੁਰੂ ਘਰਾਂ ਦੇ ਵਿੱਚ ਕਿ ਪ੍ਰੋਟੈਸਟ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਕਿ ਜਿੱਥੇ ਜਿੱਥੇ ਮੋਦੀ ਜਾਏਗਾ ਅਸੀਂ ਪ੍ਰੋਟੈਸਟ ਵੀ ਕਰਾਂਗੇ, ਕੀ ਕਹੋਗੇ? ਜੀ ਦੇਖੋ, ਪ੍ਰੋਟੈਸਟ ਕਰਨਾ ਅਮਰੀਕਾ ਵਿੱਚ ਸਾਡਾ ਇਹ ਰਾਈਟ ਹੈ, ਔਰ ਹਰ ਕਿਸੇ ਨੂੰ ਆਪਣਾ ਰਾਈਟ ਹੈ ਕਿ ਇੱਥੇ ਉਹ ਚਾਹਣ ਤੇ ਪ੍ਰੋਟੈਸਟ ਵੀ ਕਰ ਸਕਣ, ਔਰ ਜੇ ਚਾਹਣ ਤੇ ਮੋਦੀ ਦਾ ਸਵਾਗਤ ਵੀ ਕਰ ਲੈਣ। ਤੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹ ਆਪਣਾ ਰਾਈਟਸ ਯੂਜ਼ ਕਰ ਰਹੇ ਨੇ, ਔਰ ਜਿਹੜੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਉਹ ਆਪਣਾ ਰਾਈਟ ਯੂਜ਼ ਕਰ ਰਹੇ ਨੇ। ਸੋ ਜਿੰਨੇ ਵੀ PM ਆਏ ਨੇ ਪੰਜਾਬ, ਇੰਡੀਆ ਦੇ ਵਿੱਚ, ਸਰਕਾਰ ਦੇ ਵਿੱਚ, ਜੋ ਵੀ ਅੱਜ ਤੱਕ, ਕਿ ਤੁਸੀਂ ਕਹਿ ਕੇ ਮੋਦੀ ਸਰਕਾਰ ਇੱਕ ਇਦਾਂ ਦਾ PM ਹੈ ਕਿ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ, ਥੋੜਾ ਜਿਹਾ ਦੱਸੋ ਕਿ ਕੀ ਕੀਤਾ ਉਹਨਾਂ ਨੇ? ਜੀ ਬਿਲਕੁਲ, ਮੇਰੇ ਹਿਸਾਬ ਨਾਲ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਦੀ ਜਿਹੜੀ ਗਵਰਨਮੈਂਟ ਆਈ ਹੈ, ਅੱਜ ਤੋਂ ਆਲਮੋਸਟ 10 ਸਾਲ ਹੋ ਗਏ ਨੇ, ਔਰ ਸਿੱਖ ਜਥੇਬੰਦੀਆਂ, ਭਾਵੇਂ ਅਸੀਂ ਸਿੱਖਸ ਆਫ ਅਮਰੀਕਾ ਨੇ ਉਹਨਾਂ ਨਾਲ ਕਈ ਮੁਲਾਕਾਤਾਂ ਕੀਤੀਆਂ, ਹੋਰ ਸਾਡੇ ਸਿੱਖ ਲੀਡਰ ਨੇ, ਸਾਡੇ ਅਮਰੀਕਾ ਦੇ ਸਰਦਾਰ ਦਰਸ਼ਨ ਸਿੰਘ ਜੀ ਧਾਲੀਵਾਲ, ਇੰਡੀਆ ਵਿੱਚ ਸਾਡੇ ਲੀਡਰਸ ਨੇ, ਸਿੱਖ ਲੀਡਰ ਮਨਜੀਤ ਸਿੰਘ ਜੀਕੇ ਜੀ, ਤੇ ਹੋਰ ਜਿਨ੍ਹਾਂ ਵੀ ਜਥੇਬੰਦੀਆਂ ਨੇ ਵੱਖ-ਵੱਖ ਸਮੇਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਸਿੱਖ ਮੰਗਾਂ ਤੇ ਸਿੱਖ ਇਸ਼ੂਜ਼ ਉਹਨਾਂ ਨਾਲ ਗੱਲ ਕੀਤੀ ਸੀ,
ਉਹ ਉਹਨਾਂ ਨੇ ਬਿਲਕੁਲ ਉਹਨਾਂ ਨੂੰ ਪੂਰੇ ਕੀਤੇ ਨੇ। ਉਹਨਾਂ ਦੇ ਵਿੱਚ ਸਭ ਤੋਂ ਵੱਡੀ ਸੀ SIT ਦਾ ਗਠਨ ਕਰਨਾ ਦਿੱਲੀ ਦੇ 84 ਦੇ ਦੰਗਿਆਂ ਵਿੱਚ, ਔਰ ਸੱਜਣ ਕੁਮਾਰ ਨੂੰ ਸਜ਼ਾ ਵੀ ਹੋ ਗਈ, ਔਰ ਤੁਸੀਂ ਵੇਖੋਗੇ ਜਗਦੀਸ਼ ਟਾਈਟਲਰ ਵੀ ਉਸ ਰਾਹ ਤੇ ਜਾ ਰਿਹਾ, ਜਲਦੀ ਉਹਨੂੰ ਵੀ ਸਜ਼ਾ ਹੋਣੀ ਹੈ। ਜਿਹੜੇ ਕਈ ਸਾਡੇ ਸਿੱਖ ਭੈਣ ਭਰਾ ਸੀ ਜਿਹੜੇ ਇੰਡੀਆ 'ਚ ਨਹੀਂ ਜਾ ਸਕਦੇ ਸੀ, ਵੱਡੀ ਕਾਲੀ ਸੂਚੀ ਸੀ ਜਿਹੜੀ ਕਾਂਗਰਸ ਦੀ ਗਵਰਨਮੈਂਟ ਵਿੱਚ ਇੰਡੀਆ ਸਰਕਾਰ ਨੇ ਬਣਾਈ ਸੀ, ਉਹਨੂੰ ਪੂਰੀ ਤਰ੍ਹਾਂ ਖਤਮ ਕੀਤਾ ਗਿਆ। ਜਿਹੜੇ ਸਾਡੇ ਸਾਹਿਬਜ਼ਾਦਿਆਂ ਦੀ ਇੰਨੀ ਵੱਡੀ ਕੁਰਬਾਨੀਆਂ ਜਿਹੜੀ ਉਹਨਾਂ ਨੇ ਦੁਨੀਆ ਵਿੱਚ ਇਹਦੀ ਕੋਈ ਮਿਸਾਲ ਨਹੀਂ ਹੈ, ਉਹਨੂੰ ਇੱਕ ਵੱਡੇ ਪੱਧਰ 'ਤੇ ਭਾਰਤ ਵਿੱਚ ਲੋਕਾਂ ਨੂੰ ਉਜਾਗਰ ਕੀਤਾ ਗਿਆ। ਔਰ ਅੱਜ ਹਰ ਸਕੂਲ ਵਿੱਚ ਭਾਰਤ ਦੇ ਵੀਰ ਸਾਹਿਬਜ਼ਾਦਿਆਂ ਦਾ ਜਿਹੜਾ ਹੈ ਉਹਨੂੰ ਮਨਾਇਆ ਜਾ ਰਿਹਾ ਹੈ। ਇਹ ਕਈ ਉਪਲਬਧੀਆਂ ਨੇ। ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਅਸੀਂ ਹਮੇਸ਼ਾ ਕੌਮ ਮਨਾਉਂਦੀ ਹੈ, ਹਮੇਸ਼ਾ ਅਸੀਂ 350 ਸਾਲਾ 400 ਸਾਲ, ਇਸ ਵਾਰੀ 500 ਸਾਲਾ ਵੀ ਮਨਾਇਆ ਸੀ। ਅਤੇ 550 ਸਾਲਾ ਜਦੋਂ ਇਸ ਵਾਰੀ ਗੁਰਪੁਰਬ ਮਨਾਇਆ ਗਿਆ ਅਤੇ ਹਰ ਐਮਬੈਸੀ ਨੇ ਦੁਨੀਆ ਵਿੱਚ ਉਹਨੂੰ ਗੌਰਮੈਂਟ ਨੇ ਵੀ ਆਪਣੇ ਤੌਰ 'ਤੇ ਮਨਾਇਆ, ਜਿਹੜੀ ਕਿ ਬੜੀ ਸਿੱਖਾਂ ਵਾਸਤੇ ਮਾਣ ਦੀ ਗੱਲ ਹੈ। ਉਹਨਾਂ ਸਿੱਖਾਂ ਵਾਸਤੇ ਜਿਹੜੇ ਇੰਡੀਆ ਵਿੱਚ ਰਹਿੰਦੇ ਨੇ, 2 ਕਰੋੜ ਤੋਂ ਜ਼ਿਆਦਾ ਸਿੱਖ ਜਿਹੜੇ ਉਹਨਾਂ ਇੰਡੀਆ ਵਿੱਚ ਰਹਿੰਦੇ ਨੇ, ਅਤੇ ਉਹਨਾਂ ਵਾਸਤੇ ਬੜੀ ਮਾਣ ਦੀ ਗੱਲ ਸੀ। ਗੌਰਮੈਂਟ ਸਾਡੇ ਗੁਰੂਆਂ ਦਾ ਪੂਰੀ ਦੁਨੀਆ ਵਿੱਚ ਗੁਰਪੁਰਬ ਮਨਾ ਰਹੀ ਸੀ। ਅਤੇ ਮੈਂ ਸਮਝਦਾ ਇਹ ਜੈਸਚਰਸ ਨੇ ਜਿਹਦੇ ਨਾਲ ਕਿ ਗੌਰਮੈਂਟ ਨੇ, ਮੋਦੀ ਨੇ ਕੋਸ਼ਿਸ਼ ਕੀਤੀ ਹੈ ਸਿੱਖਾਂ ਦਾ ਦਿਲ ਜਿੱਤਣ ਦੀ। ਹੋਰ ਵੀ ਕਈ ਚੀਜ਼ਾਂ ਨੇ ਹਾਲੀ ਜਿਹੜਾ ਸਿੱਖਾਂ ਦੇ ਮਸਲੇ ਨੇ ਜਿਹੜੇ ਕਿ ਰਿਜ਼ੋਲਵ ਕਰਨ ਵਾਲੇ ਨੇ, ਜਿਹੜੇ ਇਸ ਗੌਰਮੈਂਟ ਮੋਦੀ ਹੋਰ ਕਰ ਸਕਦੇ ਨੇ, ਉਹਦੇ ਬਾਰੇ ਵੀ ਜੇ ਮੌਕਾ ਮਿਲਿਆ ਤਾਂ ਜ਼ਰੂਰ ਗੱਲਬਾਤ ਕਰਾਂਗੇ। ਜੀ ਜਸਦੀਪ ਜੀ, ਜਿਸ ਤਰ੍ਹਾਂ ਪ੍ਰੋਟੈਸਟ ਕਰਦੇ ਹਾਂ ਅਸੀਂ, ਖਾਲਿਸਤਾਨ ਦੇ ਝੰਡੇ ਚੁੱਕ ਕੇ ਅਸੀਂ ਐਮਬੈਸੀ ਦੇ ਬਾਹਰ, ਜਾਂ ਮੋਦੀ ਆਂਦਾ ਜਾਂ ਕੋਈ ਵੀ ਨੁਮਾਇੰਦਾ ਆਂਦਾ ਇੰਡੀਅਨ ਸਰਕਾਰ ਦਾ, ਅਸੀਂ ਬਾਹਰ ਖੜੇ ਹੋਏ ਹਾਂ, ਫਿਰ ਆਪਾਂ ਇੰਡੀਆ ਵੀ ਟਰੈਵਲ ਕਰਦੇ ਹਾਂ, ਕਿ ਇਹਦੇ ਉੱਤੇ ਐਮਬੈਸੀ ਕਿੰਨਾ ਕੁ ਜ਼ਿਆਦਾ ਉੱਤੇ ਦੇਖ ਰਹੀ ਹੈ, ਬਾਜ ਵਾਲੀ ਅੱਖ ਰੱਖ ਰਹੀ ਹੈ ਉਹਨਾਂ ਦੇ ਉੱਤੇ, ਕਿ ਇਹ ਉਸ ਨੈਗੇਟਿਵ ਵੀ ਹੋ ਸਕਦਾ ਉਹਨਾਂ ਵਾਸਤੇ? ਦੇਖੋ, ਮੈਂ ਜਿਵੇਂ ਪਹਿਲੇ ਵੀ ਕਿਹਾ, ਪ੍ਰੋਟੈਸਟ ਕਰਨਾ ਸਾਡਾ ਹੱਕ ਹੈ। ਲੇਕਿਨ ਖਾਲਿਸਤਾਨ ਦੇ ਝੰਡੇ ਲੈ ਕੇ ਆਪਾਂ ਇੰਡੀਆ ਦੇ ਝੰਡੇ ਸਾੜਨੇ ਉਹਨਾਂ ਦੇ ਸਾਹਮਣੇ ਲੋਕਾਂ ਦੇ ਇੰਟਰਨੈਸ਼ਨਲ ਮੀਡੀਆ ਉਧਰ ਹੀ ਆ ਰਿਹਾ ਕਿ ਜਦੋਂ ਪ੍ਰੋਟੈਸਟ ਕਰੋ ਤੇ ਇੱਕ ਮਰਿਆਦਾ ਦੀ ਇੱਕ ਲਾਈਨ ਹੁੰਦੀ ਹੈ ਕਿ ਤੁਸੀਂ ਪ੍ਰੋਟੈਸਟ ਆਪਣਾ ਕਰ ਰਹੇ ਹੋ, ਆਪਣੀ ਗੱਲ ਤੁਸੀਂ ਦੱਸ ਰਹੇ ਹੋ, ਪਰ ਅਸੀਂ ਵਾਇਲੈਂਟ ਨਾ ਹੋਈਏ। ਇੰਟਰਨੈਸ਼ਨਲ ਮੀਡੀਆ ਉਧਰ ਹੀ ਆ ਰਿਹਾ ਕਿ ਜਦੋਂ ਪ੍ਰੋਟੈਸਟ ਕਰੋ ਤੇ ਇੱਕ ਮਰਿਆਦਾ ਦੀ ਇੱਕ ਲਾਈਨ ਹੁੰਦੀ ਹੈ ਕਿ ਤੁਸੀਂ ਪ੍ਰੋਟੈਸਟ ਆਪਣਾ ਕਰ ਰਹੇ ਹੋ, ਆਪਣੀ ਗੱਲ ਤੁਸੀਂ ਦੱਸ ਰਹੇ ਹੋ, ਪਰ ਅਸੀਂ ਵਾਇਲੈਂਟ ਨਾ ਹੋਈਏ, ਕੋਈ ਐਸਾ ਕੰਮ ਨਾ ਕਰੀਏ ਜਿਹੜਾ ਕਿ ਸਾਡੀ ਇਮੇਜ ਨੂੰ ਖਰਾਬ ਕਰੇ। ਜੇ ਤੁਸੀਂ ਆਪਣੀ ਮਰਿਆਦਾ ਵਿੱਚ ਰਹਿ ਕੇ ਪ੍ਰੋਟੈਸਟ ਕਰਦੇ ਹੋ ਤੇ ਮੈਂ ਸਮਝਦਾ ਉਹ ਪ੍ਰੋਟੈਸਟ ਜਾਇਜ਼ ਹੈ। ਤੇ ਖਾਲਿਸਤਾਨ ਦੇ ਬਾਰੇ ਕੀ ਕਹਿੰਦੇ ਹੋ ਕਿ ਜਿਹੜੇ ਖਾਲਿਸਤਾਨੀ ਪ੍ਰੋਟੈਸਟ ਕਰਦੇ ਨੇ ਉਹ ਬਾਹਰ ਝੰਡੇ ਵੀ ਸਾੜਦੇ ਨੇ? ਅੱਜ ਤੱਕ ਇਦਾਂ ਦਾ ਮਾਮਲਾ ਅਮਰੀਕਾ ਦੇ ਵਿੱਚ ਨਹੀਂ ਆਇਆ, ਲੇਕਿਨ ਕਾਫੀ ਕੁਝ ਜਰਮਨੀ ਦੇ ਵਿੱਚ ਜਾਂ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ ਵੀਡੀਓ ਦੇਖੀਆਂ ਗਈਆਂ। ਨਹੀਂ, ਅਸੀਂ ਵੇਖਿਆ LA ਵਿੱਚ ਹੋਇਆ ਸੀ, ਐਮਬੈਸੀ ਦੇ ਨਾਲ ਤੋੜਫੋੜ ਕੀਤੀ ਗਈ ਸੀ। ਦੇਖੋ, ਖਾਲਿਸਤਾਨ ਦੀ ਮੰਗ ਕਰਨਾ ਕਿਸੇ ਦੀ ਆਪਣੀ ਮੰਗ ਹੈ ਔਰ ਮੰਗ ਕਰਨਾ ਇਲੀਗਲ ਨਹੀਂ ਹੈ, ਪਰ ਅਸੀਂ ਮੰਗ ਕਿਸ ਤਰ੍ਹਾਂ ਕਰ ਰਹੇ ਹਾਂ? ਅਸੀਂ ਵਾਇਲੈਂਟ ਹੋ ਰਹੇ ਹਾਂ ਜਾਂ ਅਸੀਂ ਕਿਸੇ ਹੋਰ ਦੀ ਪ੍ਰੋਪਰਟੀ ਡਿਸਟਰਕਸ਼ਨ ਕਰ ਰਹੇ ਹਾਂ? ਉਹ ਇਹਨਾਂ ਮੁਲਕਾਂ ਵਿੱਚ ਬੜਾ ਕੇਅਰਫੁਲ ਹੋ ਕੇ, ਬਲਕਿ ਕਿਸੇ ਵੀ ਮੁਲਕ 'ਚ ਸਾਨੂੰ ਕੇਅਰਫੁਲ ਹੋਣਾ ਚਾਹੀਦਾ ਹੈ ਕਿ ਤੁਸੀਂ ਪ੍ਰੋਟੈਸਟ ਬਿਲਕੁਲ ਕਰੋ ਪਰ ਕਾਨੂੰਨ ਦੇ ਦਾਇਰੇ ਵਿੱਚ। ਔਰ ਖਾਲਿਸਤਾਨ ਦੀ ਸੋਚ ਕਿਸੇ ਦੀ ਹੋ ਸਕਦੀ, ਕਿਸੇ ਦੀ ਨਹੀਂ ਹੋ ਸਕਦੀ, ਇਹ ਪਰਸਨਲ ਮਾਮਲਾ ਹੈ। ਜਸਦੀਪ ਜੀ, ਅਸੀਂ ਗੱਲਬਾਤ ਕਰਦੇ ਹਾਂ ਸਿੱਖ ਐਕਟ ਦੀ, ਸੋ ਉਹਦੇ ਬਾਰੇ ਵੀ ਕੁਛ ਨਾ ਕੁਛ ਮੋਦੀ ਸਰਕਾਰ ਨੂੰ ਦੇਣਾ ਚਾਹੁੰਦੇ ਹੋ ਇਸ ਟਾਈਮ ਸਿੱਖਸ ਆਫ ਅਮਰੀਕਾ ਵੱਲੋਂ? ਜੀ ਜ਼ਰੂਰ। ਜਿਹੜਾ ਸਿੱਖ ਐਕਟ ਦੀ ਤੁਸੀਂ ਗੱਲ ਕਰ ਰਹੇ ਹੋ, ਆਰਟੀਕਲ 25B ਜਿਹੜਾ ਭਾਰਤ ਦੇ ਸੰਵਿਧਾਨ ਦਾ ਐਕਟ ਹੈ, ਇਹ ਸਾਰੀ ਦੁਨੀਆ ਨੂੰ ਪਤਾ ਹੈ ਔਰ ਇਹ ਅਕਾਲ ਪੁਰਖ ਦੀ ਬਣਾਈ ਹੋਇਆ ਸਾਡਾ ਧਰਮ ਹੈ ਸਿੱਖੀ ਦਾ, ਔਰ ਦੁਨੀਆ ਦੇ ਅਸੀਂ 5ਵੇਂ ਵੱਡੇ ਧਰਮ ਆ, ਔਰ ਦੁਨੀਆ ਵਿੱਚ ਸਿੱਖਾਂ ਨੇ ਬੜਾ ਨਾਂ ਕਮਾਇਆ ਹੈ। ਭਾਰਤ ਵਿੱਚ ਸਿੱਖ ਜਿਹੜੇ ਨੇ ਉਹਨਾਂ ਨੇ ਇਹ ਮੰਨਿਆ ਜਾਂਦਾ ਹੈ ਕਿ ਹਿੰਦੂਆਂ ਦੀ ਰੱਖਿਆ ਵਾਸਤੇ ਵੀ ਸਿੱਖ ਖੜੇ ਹੁੰਦੇ ਨੇ ਤੇ ਖੜੇ ਹੁੰਦੇ ਰਹੇ ਨੇ। ਔਰ ਪਰ ਅਨਫੋਰਚੂਨੇਟਲੀ ਸਾਡਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸਾਨੂੰ ਸਿੱਖਾਂ ਨੂੰ ਇੱਕ ਅਲੱਗ ਕੌਮ, ਇੱਕ ਅਲੱਗ ਧਰਮ ਨਹੀਂ ਮੰਨਦਾ, ਉਹ ਸਾਨੂੰ ਹਿੰਦੂਆਂ ਦਾ ਅੰਗ ਮੰਨਦਾ ਹੈ, ਜਿਹੜੀ ਕਿ ਬੜੀ ਲੰਮੀ ਇੱਕ ਡਿਮਾਂਡ ਚੱਲੀ ਆ ਰਹੀ ਹੈ ਸਿੱਖਾਂ ਵੱਲੋਂ ਕਿ ਇਸ ਆਰਟੀਕਲ ਨੂੰ ਅਮੈਂਡ ਕੀਤਾ ਜਾਏ। ਔਰ ਅਸੀਂ ਹਿਊਸਟਨ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਇਹਦੇ ਬਾਰੇ ਕਿਹਾ ਸੀ ਔਰ ਉਹਨਾਂ ਨੇ ਬੜੇ ਰਿਸਪੌਂਸਿਵ ਤਰੀਕੇ ਨਾਲ ਸਾਨੂੰ ਸੁਣਿਆ ਸੀ ਔਰ ਇੱਕ ਭਰੋਸਾ ਵੀ ਦਿਵਾਇਆ ਸੀ, ਅਤੇ ਅਸੀਂ ਉਹਨਾਂ ਨੂੰ ਫਿਰ ਇਸ ਵਾਰੀ ਜੇ ਮੌਕਾ ਲੱਗਾ ਤੇ ਫਿਰ ਇਸ ਬਾਰੇ ਉਹਨਾਂ ਨੂੰ ਗੱਲ ਕਰਾਂਗੇ। ਔਰ ਸਿਰਫ ਆਰਟੀਕਲ 25B ਨੂੰ ਅਮੈਂਡ ਕਰਨ ਦੇ ਨਾਲ ਹੀ ਫਿਰ ਇਹਦੇ ਨਾਲ ਆਟੋਮੈਟਿਕਲੀ ਆਨੰਦ ਕਾਰਜ ਐਕਟ ਆ ਜਾਏਗਾ, ਜਿਹੜੀ ਕਿ ਸਿੱਖਾਂ ਦੀ ਇੰਡੀਆ ਵਿੱਚ ਸ਼ਾਦੀ ਵਿਆਹ ਹੁੰਦੇ ਨੇ ਉਹ ਆਨੰਦ ਕਾਰਜ ਐਕਟ ਦੇ ਅੰਡਰ ਆਉਣ, ਹਿੰਦੂ ਮੈਰਿਜ ਐਕਟ ਤੋਂ ਵੱਖਰੇ ਹੋਣ, ਅਤੇ ਕਈ ਗੱਲਾਂ ਨੇ ਇਹਦੇ ਬਾਰੇ ਅਸੀਂ ਕਰਾਂਗੇ। ਔਰ ਇੱਕ ਹੋਰ
ਜਿਹੜੀ ਮੈਂ ਚਾਹੁੰਦਾ ਕਿ ਇਸ ਗਵਰਨਮੈਂਟ ਤੋਂ ਮੋਦੀ ਜੀ ਤੋਂ ਅਸੀਂ ਇਹ ਵੀ ਚਾਹੁੰਦੇ ਔਰ ਉਹ ਮੰਨਦੇ ਨੇ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਸੀ ਉਹ ਇੱਕ ਭਾਰਤ ਦੀ ਬਹੁਤ ਵੱਡੀ ਗਲਤੀ ਸੀ। ਆਪਰੇਸ਼ਨ ਬਲੂ ਸਟਾਰ ਇੰਦਰਾ ਗਾਂਧੀ ਨੇ ਉਹਨੇ ਤੇ ਸਾਡੇ ਵੀ ਕੁਝ ਐਡਵਾਈਜ਼ਰ ਸਨ ਜਿਨ੍ਹਾਂ ਨੇ ਉਹਨੂੰ ਗਲਤ ਸਲਾਹਾਂ ਦਿੱਤੀਆਂ ਔਰ ਅਲਟੀਮੇਟਲੀ ਉਹਦਾ ਇੱਕ ਬਹੁਤ ਗਲਤ ਇੰਡੀਆ ਦੀ ਗਵਰਨਮੈਂਟ ਦਾ ਸਟੈਪ ਸੀ, ਜਿਹੜਾ ਕਿ ਹੁਣ ਦੀ ਸਰਕਾਰਾਂ ਨੂੰ ਪਿੱਛੇ ਇਨ ਦਾ ਹਾਈਂਡਸਾਈਟ ਇਹ ਦੇਖਣਾ ਚਾਹੀਦਾ ਹੈ ਔਰ ਇਹਨੂੰ ਕੰਡੈਮ ਕਰਨਾ ਚਾਹੀਦਾ ਹੈ ਕਿ ਆਪਰੇਸ਼ਨ ਬਲੂ ਸਟਾਰ ਵਾਸ ਅ ਮਿਸਟੇਕ ਆਫ ਦ ਦੈਨ ਗਵਰਨਮੈਂਟ ਆਫ ਇੰਦਰਾ ਗਾਂਧੀ ਆਫ ਦ ਕਾਂਗਰਸ ਪਾਰਟੀ। ਐਂਡ ਸਿੱਖਾਂ ਨੂੰ ਹੁਣ ਇਹਦੇ ਬਾਰੇ ਬਜਾਏ ਇਹ ਕਿਹਾ ਕਿ ਜੀ ਆਪਰੇਸ਼ਨ ਬਲੂ ਸਟਾਰ ਹੋਇਆ ਕਿਉਂਕਿ ਸਿੱਖ ਉੱਥੇ ਖਾਲਿਸਤਾਨ ਮੰਗਦੇ ਸੀ ਜਾਂ ਸਿੱਖ ਅੱਤਵਾਦੀ ਸੀ, ਇਹ ਹਿਸਟਰੀ ਨੂੰ ਇੱਕ ਕਿਸਮ ਦਾ ਵਾਈਟ ਵਾਸ਼ ਕਰਨ ਦੀ ਗੱਲ ਕਰਦੇ ਨੇ ਔਰ ਉਸ ਵੇਲੇ ਦੀ ਵੀ ਜਿਹੜੀ ਇਹ ਝੂਠ ਉਸ ਵੇਲੇ ਦੀ ਗਵਰਨਮੈਂਟ ਕਰਦੀ ਸੀ ਉਹਨੂੰ ਹੁਣ ਤੱਕ ਖਿੱਚਿਆ ਜਾ ਰਿਹਾ, ਪਰ ਹੁਣ ਇਹ ਝੂਠ ਦਾ ਵੇਲਾ ਆ ਗਿਆ ਕਿ ਹੁਣ ਦੀ ਗਵਰਨਮੈਂਟ ਜਿਹੜੀ ਹੈ ਇਹ ਦੇਖੇ ਵੀ ਇਹ ਕਾਂਗਰਸ ਗਵਰਨਮੈਂਟ ਨੇ ਉਸ ਵੇਲੇ ਇਹ ਗਲਤ ਕੰਮ ਕੀਤਾ ਸੀ ਔਰ ਕੋਈ ਇਹ ਖਾਲਿਸਤਾਨ ਮੂਵਮੈਂਟ ਨਹੀਂ ਸੀ, ਇੱਕ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਮਤਾ ਚੱਲ ਰਿਹਾ ਸੀ ਜਿਹਨੂੰ ਕਿ ਪੋਲੀਟੀਸਾਈਜੇਸ਼ਨ ਕਰਕੇ ਇੰਦਰਾ ਗਾਂਧੀ ਨੇ ਇਹਨੂੰ ਗਲਤ ਤਰੀਕੇ ਨਾਲ ਕੀਤਾ ਸੀ। ਔਰ ਅਸੀਂ ਮੋਦੀ ਜੀ ਨੂੰ ਇਹ ਵੀ ਕਵਾਂਗੇ ਕਿ ਇਸ ਗਵਰਨਮੈਂਟ ਦਾ ਜਿਹੜਾ ਕੰਮ ਹੋਇਆ ਸੀ 84 ਚ ਇਹਨੂੰ ਕੰਡੈਮ ਕਰਨ ਔਰ ਦ ਨੇਸ਼ਨ ਸ਼ੁੱਡ ਅਪੋਲੋਜਾਈਜ਼ ਟੂ ਦ ਸਿੱਖਸ ਫॉर ਆਪਰੇਸ਼ਨ ਬਲੂ ਸਟਾਰ। ਜੀ ਜਸਦੀਪ ਜੀ, ਜਿਸ ਤਰ੍ਹਾਂ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਯਾਦ ਹੈ ਕਿ ਜਿਹੜਾ ਤੁਸੀਂ ਮਸਲਾ ਉਠਾਇਆ ਸੀ ਕਿ ਲਾਂਘੇ ਦਾ, ਤੁਸੀਂ ਲਾਂਘੇ ਬਾਰੇ ਗੱਲਬਾਤ ਕੀਤੀ, ਲਾਂਘਾ ਤੁਹਾਡਾ ਖੁੱਲ ਗਿਆ, ਸਾਰੇ ਪੰਜਾਬੀਆਂ ਵਾਸਤੇ ਇੰਡੀਆ ਵਾਸਤੇ ਖੁੱਲ ਗਿਆ। ਉਸ ਤੋਂ ਬਾਅਦ ਹੂਸਟਨ 'ਚ ਵੀ ਮਿਲੇ ਹੋ, ਮੇਰੇ ਖਿਆਲ 'ਚ ਤੁਹਾਡੀ ਚੌਥੀ ਪੰਜਵੀਂ ਮੀਟਿੰਗ ਹੈ। ਹਰ ਵਾਰੀ ਤੁਸੀਂ ਦਿੰਦੇ ਹੋ ਕੁਛ ਨਾ ਕੁਛ, ਤੁਹਾਡੀਆਂ ਮੰਗਾਂ ਮੰਨੀਆਂ ਵੀ ਜਾਂਦੀਆਂ। ਇਹ ਮੈਨੂੰ ਦੱਸੋ ਕਿ ਇਹ ਮੰਗਾਂ ਮੇਰੀਆਂ ਕੋਈ ਪਰਸਨਲ ਨਹੀਂ ਨੇ। ਅਸੀਂ ਕਿਹੜਾ ਕੋਈ ਨਾ ਕੋਲੋਂ ਸੀਮੈਂਟ ਦੇ ਕੋਟੇ ਮੰਗ ਰਹੇ ਹਾਂ ਜਾਂ ਬੱਸਾਂ ਦੇ ਪਰਮਿਟ ਮੰਗ ਰਹੇ ਹਾਂ। ਅਸੀਂ ਤੇ ਸਿਰਫ ਕਮਿਊਨਿਟੀ ਦੀ, ਕੌਮ ਦੀ, ਔਰ ਮੈਂ ਇਕੱਲਾ ਹੀ ਨਹੀਂ ਮੰਗਦਾ, ਇਹ ਕਮਿਊਨਿਟੀ ਦੀ ਹੁੰਦੀ। ਮੈਂ ਕੋਈ ਜੇ ਤੁਸੀਂ ਕਹੋ ਮੇਰੇ ਇਕੱਲੇ ਦੇ ਕਹਿਣ 'ਤੇ ਹੋ ਗਿਆ, ਇਹ ਵੀ ਨਹੀਂ ਹੈ। ਇੱਥੇ ਹੋਰ ਵੀ ਲੀਡਰ ਨੇ, ਸਾਡੇ ਲੀਡਰ ਨੇ ਸਰਦਾਰ ਦਰਸ਼ਨ ਸਿੰਘ ਜੀ ਧਾਲੀਵਾਲ ਜਿਹੜੇ ਅਮਰੀਕਾ 'ਚ ਬੈਠੇ ਨੇ, ਹੋਰ ਵੀ ਕਈ ਅਮਰੀਕਾ ਵਿੱਚ ਹਸਤੀਆਂ ਨੇ ਜਿਨ੍ਹਾਂ ਦਾ ਪ੍ਰਭਾਵ ਹੈ। ਇੰਡੀਆ ਵਿੱਚ ਜਿਵੇਂ ਮੈਂ ਕਿਹਾ ਮਨਜੀਤ ਸਿੰਘ ਜੀਕੇ ਨੇ, ਹੋਰ ਸਾਡੇ ਕਈ ਇੰਡੀਆ ਵਿੱਚ ਲੀਡਰ ਬੈਠੇ ਨੇ। ਇਹ ਸਾਰਿਆਂ ਦਾ ਕਲੈਕਟਿਵ ਐਫਰਟ ਹੁੰਦਾ ਹੈ ਔਰ ਇਹ ਮੋਦੀ ਜੀ ਨੇ ਭਾਵੇਂ ਜਿੰਨਾ ਵੀ ਦੀਆਂ ਗੱਲਾਂ ਮੰਨੀਆਂ ਜਾਂ ਮੋਦੀ, ਇਹ ਮੈਂ ਕਹਾਂਗਾ ਕਿ ਕਲੈਕਟਿਵ ਐਫਰਟ ਹੁੰਦਾ ਹੈ। ਜੇ ਕੌਮ ਸਾਡੀ ਯੂਨਾਈਟਿਡ ਰਹੇ, ਅਸੀਂ ਮਿਲ ਕੇ ਸਿੱਖ ਕੌਮ ਵਾਸਤੇ ਕੰਮ ਕਰੀਏ ਤੇ ਬਹੁਤ ਕੁਝ ਲਿਆ ਜਾ ਸਕਦਾ ਹੈ। ਜੀ ਇੱਕ ਮਸਲਾ ਹੋਇਆ ਸੀ, ਯਾਦ ਹੈ ਤੁਹਾਨੂੰ, ਕਿ ਨਵਜੋਤ ਸਿੰਘ ਸਿੱਧੂ ਦਾ ਜੋ ਪਾਕਿਸਤਾਨ ਜਾ ਕੇ ਲਾਂਘੇ ਦੇ ਟਾਈਮ ਤੋਂ ਪਹਿਲਾਂ ਜੱਫੀ ਪਾਈ ਸੀ, ਹੁਣ ਮਨਜੀਠੀਆ ਦੇ ਨਾਲ ਜੱਫੀਆਂ ਪਈਆਂ। ਸੋ ਉਹਨਾਂ ਦੀ ਜੱਫੀਆਂ ਬੜੀਆਂ ਮਸ਼ਹੂਰ ਹੈ, ਕਈਆਂ ਦੀਆਂ ਮੀਕੇ ਵਰਗੇ ਦੀਆਂ ਕਿੱਸਾਂ ਬੜੀਆਂ ਮਸ਼ਹੂਰ ਨੇ ਜੋ ਰਾਖੀ ਸਾਹਿਬਾਂ ਦੇ ਜਿੱਦਾਂ ਹੋਈਆਂ, ਇਹਦੀਆਂ ਜੱਫੀਆਂ ਬੜੀਆਂ ਮਸ਼ਹੂਰ ਹੈ। ਇਹਨੂੰ ਜੱਫੀਆਂ ਵਾਲਾ ਬਾਬਾ ਵੀ ਕਿਹਾ ਜਾਂਦਾ ਲੱਗ ਪਿਆ, ਕੀ ਕਹੋਗੇ? ਦੇਖੋ ਜੀ, ਆਪਣਾ ਮੀਕਾ ਤੇ ਵਨ ਆਫ ਦਾ ਟੌਪ ਮੋਸਟ ਆਰਟਿਸਟ ਨੇ ਇੰਡੀਆ ਦੇ, ਉਹਨਾਂ ਦੀ ਬੜੀ ਰਿਸਪੈਕਟ ਹੈ। ਉਹਨਾਂ ਨੇ ਕਾਫੀ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ। ਪਰ ਜਿਨ੍ਹਾਂ ਦੇ ਤੁਸੀਂ ਹੋਰਾਂ ਦੀ ਗੱਲ ਕੀਤੀ ਹੈ ਤੇ ਅੱਜ ਕਿੱਧਰ ਤੇ ਨਵਜੋਤ ਸਿੰਘ ਸਿੱਧੂ ਜੀ ਅੱਜ ਕਿਸੇ ਪਾਰਟੀ 'ਚ ਨੇ, ਕੱਲ ਕਿਸੇ ਪਾਰਟੀ 'ਚ ਨੇ, ਇਹਨਾਂ ਦਾ ਤੇ ਕੋਈ ਹੈ ਨਹੀਂ। ਤੇ ਸਿਆਸਤ ਵਿੱਚ ਰੋਜ਼ ਜੱਫੀਆਂ ਪਾਉਂਦੇ ਨੇ ਤੇ ਰੋਜ਼ ਇਹ ਬਦਲਦੇ ਨੇ, ਤੇ ਇਹਨਾਂ ਬਾਰੇ ਹੁਣ ਕੀ ਕਹਿ ਸਕਦੇ ਹਾਂ। ਸਾਰੇ ਫੋਲਸ ਹੀ ਨੇ ਜਾਂ ਤਾਂ ਪੂਰੀ ਇਨਫੋਰਮੇਸ਼ਨ ਚੰਨੀ ਸਾਬਕਾ ਚੀਫ ਮਿਨਿਸਟਰ ਨਹੀਂ ਦੇ ਰਿਹਾ, ਕੀ ਕਹੋਗੇ? ਇਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਇਹ ਐਕਚੁਅਲੀ ਇਹਨੇ ਗਲਤ ਕੰਮ ਕੀਤੇ ਹੋਏ ਨੇ ਪਹਿਲਾਂ? ਜੀ ਇਹ ਤੇ ਦੇਖੋ ਇਨਵੈਸਟੀਗੇਸ਼ਨਸ ਤੋਂ ਬਾਅਦ ਹੀ ਪਤਾ ਚੱਲਦਾ, ਤੇ ਇਹਦਾ ਹੁਣ ਅਸਲੀਅਤ ਤੇ ਪਤਾ ਨਹੀਂ। ਪਰ ਹਾਂ, ਪੰਜਾਬ ਦੇ ਬਾਰੇ ਮੈਂ ਇੱਕ ਗੱਲ ਕਹਾਂਗਾ ਕਿ ਆਮ ਆਦਮੀ ਪਾਰਟੀ ਉੱਥੇ ਬਹੁਤ ਅੱਛਾ ਕੰਮ ਕਰ ਰਹੀ ਹੈ। ਭਗਵੰਤ ਮਾਨ ਜਿਹੜੇ ਨੇ ਉਹ ਇੱਕ ਨਈ ਜਿਹੜੀ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਇੱਕ ਨਵੀਂ ਲਹਿਰ ਦਿੱਤੀ ਸੀ, ਤੇ ਹੁਣ ਆਪਾਂ ਬਾਏ ਮਿਡ ਪੋਲਸ ਜਿਹੜੇ ਜਿਮਨੀ ਪੋਲਿੰਗ ਹੋਈ ਸੀ ਜਲੰਧਰ ਵਿੱਚ, ਉਹਦੇ 'ਚ ਵੀ ਵੇਖ ਲਿਆ ਕਿ ਆਮ ਆਦਮੀ ਪਾਰਟੀ ਨੂੰ ਫਿਰ ਲੋਕਾਂ ਨੇ ਇੱਕ ਵਾਰੀ ਵੋਟ ਆਫ ਕੌਨਫੀਡੈਂਸ ਦਿੱਤਾ ਹੈ। ਤੇ ਉਹਨੂੰ ਦੇਖਦੇ ਹੋਏ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਛਵੀ ਹੈ ਕਲੀਨ, ਉਹ ਹੀ ਪੰਜਾਬ ਵਿੱਚ ਹੁਣ ਰਹਿਣੀ ਚਾਹੀਦੀ ਹੈ। ਜੀ, ਆਮ ਆਦਮੀ ਪਾਰਟੀ ਚੰਗਾ ਕੰਮ ਕਰ ਰਹੀ ਹੈ। ਅਸੀਂ ਅਮਰੀਕਾ 'ਚ ਆਉਂਦੇ ਹਾਂ, ਜਿਹੜੀ ਇੱਥੇ ਦੀ ਅਮਰੀਕਾ ਦੀ ਆਮ ਆਦਮੀ ਪਾਰਟੀ ਜੋ ਅਸ ਤੱਕ ਬਣੀ ਨਹੀਂ ਹੈਗੀ, ਜੋ ਆਪਾਂ ਡੋਨਲਡ ਟਰੰਪ ਦੀ ਕਹਿੰਦੇ ਪਏ ਹਾਂ। ਟਰੰਪ ਸਾਹਿਬ ਦੀ ਕੱਲ ਹੀਅਰਿੰਗ ਹੋਈ ਹੈ, ਕੀ ਕਹੋਗੇ? ਦੇਖੋ, ਟਰੰਪ ਦੀ ਜਦੋਂ ਵੀ ਉਹ ਇੰਡਾਈਟਮੈਂਟ ਹੁੰਦੀ ਹੈ, ਇਸ ਵੇਲੇ ਦੇਖੋ ਕੀ ਹੈ, ਇਲੈਕਸ਼ਨ ਦਾ ਸੀਜ਼ਨ ਚੱਲ ਪਿਆ ਹੈ। ਪ੍ਰੈਜ਼ੀਡੈਂਟ ਟਰੰਪ ਇਜ਼ ਅ ਕੈਂਡੀਡੇਟ, ਔਰ ਤੁਸੀਂ ਦੇਖ ਰਹੇ ਹੋ ਕਿ ਪਿਛਲੇ 3 ਦਿਨਾਂ ਤੋਂ ਟੀਵੀ ਤੇ ਜਿੰਨਾ ਉਹਨਾਂ ਨੂੰ 에ਅਰ ਟਾਈਮ ਮਿਲ ਰਿਹਾ ਕਿਸੇ ਹੋਰ ਕੈਂਡੀਡੇਟ ਨੂੰ ਨਹੀਂ ਮਿਲ ਰਿਹਾ। ਉਹਨਾਂ ਦਾ ਜਹਾਜ਼ ਵੀ ਉੱਡਦਾ ਹੈ ਤਾਂ ਵੀ ਕੈਮਰਾ ਨਾਲ ਹੁੰਦਾ ਹੈ, ਟਰੰਪ ਲਿਖਿਆ ਹੈ, ਜਹਾਜ਼ ਮਿਆਮੀ ਲੈਂਡ ਕਰ ਗਿਆ ਤਾਂ ਵੀ ਕੈਮਰੇ ਦੇ ਫੋਕਸ ਚੱਲ ਰਹੇ। ਤੁਸੀਂ ਟੀਵੀ ਔਨ ਕਰੋ, ਟਰੰਪ 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 ਹੋ ਰਹੀ ਹੈ। ਔਰ ਇਹਦਾ ਨਿਕਲਣਾ
ਪਰਨਾ ਤਾਂ ਸਾਨੂੰ ਪਤਾ ਨਹੀਂ ਕਿੰਨੀ ਵਾਰ ਅੱਗੇ ਵੀ ਉਹਨਾਂ ਨੂੰ ਇੰਡਾਈਟ ਕਰ ਚੁੱਕੇ ਨੇ, ਕਿੰਨੀ ਵਾਰੀ ਅੱਗੇ ਉਹਨਾਂ ਨੂੰ ਇੰਪੀਚ ਕਰ ਚੁੱਕੇ ਨੇ, ਪਰ ਇਹਦਾ ਨਿਕਲਿਆ ਕੋਈ ਨਹੀਂ। ਔਰ ਹੁੰਦਾ ਇਹ ਕਿ ਟਰੰਪ ਨੂੰ ਇਹ ਜੀ ਚੀਜ਼ਾਂ ਤੋਂ ਹੋਰ ਸਟਰੋਂਗ ਹੁੰਦਾ ਜਾਂਦਾ, ਹੋਰ ਉਹਦੀ ਪੋਪੂਲੈਰਿਟੀ ਵੱਧਦੀ ਜਾਂਦੀ ਹੈ। ਔਰ ਜਿਹੜੇ ਰੀਸੈਂਟ ਪੋਲਸ ਆ ਰਹੇ ਨੇ ਉਹਦੇ ਨਾਲ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਲੀਡ ਹੈ ਉਹ ਪੋਲਸ ਵਿੱਚ ਉਹ ਵੱਧਦੀ ਜਾ ਰਹੀ ਹੈ। ਅਤੇ ਇਹ ਉਹ ਪੋਜ਼ੀਟਿਵ ਤਰੀਕੇ ਨਾਲ ਲੈਂਦੇ ਨੇ ਔਰ ਉਹਨਾਂ ਦੀ ਜਿਹੜੀ ਬੇਸ ਸਪੋਰਟ ਹੈ ਉਹ ਹੋਰ ਸਟਰੋਂਗ ਹੁੰਦੀ ਜਾਂਦੀ ਹੈ। ਔਰ ਉਹਨਾਂ ਨੂੰ ਇੱਕ ਜਿਹਨੂੰ ਕਹਿੰਦੇ ਨਾ ਵਿਕਟਿਮ ਦੀ ਸਟੇਟਸ ਮਿਲ ਜਾਂਦਾ ਕਿ ਮੇਰੇ ਨਾਲ ਅਨਿਆਏ ਹੋ ਰਿਹਾ, ਮੇਰੇ ਨਾਲ ਜਾਤੀ ਹੋ ਰਹੀ ਹੈ, ਅਤੇ ਲੋਕਾਂ ਦੀ ਸਿੰਪਥੀ ਵੀ ਉਹਨਾਂ ਨਾਲ ਹੋ ਜਾਂਦੀ ਹੈ। ਜੀ, ਇਹ ਸੀ ਜਸਦੀਪ ਸਿੰਘ ਜੱਸੀ। ਇਹਨਾਂ ਨੇ ਟਰੰਪ ਬਾਰੇ ਔਰ ਦੇਸ਼ ਵਿਦੇਸ਼ ਦੇ ਮੁੱਦਿਆਂ ਬਾਰੇ ਗੱਲਬਾਤ ਕੀਤੀ, ਚਰਚਾ ਕੀਤੀ ਸਾਡੇ ਨਾਲ। ਚੇਅਰਮੈਨ ਨੇ ਇਹਨਾਂ ਦੀ ਜੋ ਇੱਥੇ ਨਰਿੰਦਰ ਮੋਦੀ ਦੀ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਵਿੱਚ ਫੇਰੀ ਹੈ ਉਹਨਾਂ ਬਾਰੇ ਗੱਲਬਾਤ ਕੀਤੀ। ਦੇਖਦੇ ਰਹੋ ਅਮੇਜ਼ਿੰਗ ਟੀਵੀ, ਬਣੇ ਰਹੋ ਹਰ ਟਾਈਮ ਹਰ ਵੇਲੇ। ਅਮੇਜ਼ਿੰਗ ਟੀਵੀ ਤੁਹਾਡੇ ਨਾਲ ਹਾਜ਼ਰ ਹੈ ਔਰ ਰਹੇਗਾ। ਸਤਿ ਸ਼੍ਰੀ ਅਕਾਲ।